ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜਿਹੜਾ ਪਰਸੋਂ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਅਖੇ ਜੀ ਫਲੋਰ ਟੈਸਟ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਹੋਵੇਗਾ। ਪਹਿਲੀ ਗੱਲ ਤਾਂ ਜਿਹੜਾ ਕੋਈ ਇਸ ਤਰ੍ਹਾਂ ਦਾ ਬੇਭਰੋਸਗੀ ਮਤਾ ਹੁੰਦਾ ਵਾ ਇਹ ਆਪੋਜੀਸ਼ਨ ਪਾਰਟੀਆਂ ਮੂਵ ਕਰਦੀਆਂ ਨੇ ਕਿ ਸਾਨੂੰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਭਰੋਸਾ ਨਹੀਂ ਰਿਹਾ, ਇਸ ਕਰਕੇ ਇਹਨਾਂ ਨੂੰ ਆਪਣਾ ਬਹੁਮਤ ਸਾਬਤ ਕਰਨਾ। ਇਹ ਕਿਸੇ ਪਾਰਟੀ ਨੇ ਨਹੀਂ ਮੰਗਿਆ, ਕਿਸੇ ਮੈਂਬਰ ਨੇ ਨਹੀਂ ਮੰਗਿਆ। ਔਰ ਜਿਹੜਾ ਸਾਡਾ ਪੰਜਾਬ ਦੇ ਵਿਧਾਨ ਸਭਾ ਦਾ ਰੂਲਸ ਆਫ ਬਿਜ਼ਨਸ ਹੈ ਜਿਹੜਾ ਕੰਡਕਟ ਹੁੰਦਾ ਜਿਸ ਵਿਧੀ ਦੇ ਹਿਸਾਬ ਦੇ ਨਾਲ ਸਾਡੀ ਪੰਜਾਬ ਦੀ ਵਿਧਾਨ ਸਭਾ ਚੱਲਦੀ ਉਹਦਾ ਚੈਪਟਰ 10 ਹੈ ਰੂਲਸ ਆਫ ਬਿਜ਼ਨਸ ਦਾ ਨੋ ਕੌਨਫੀਡੈਂਸ ਮੋਸ਼ਨ। ਇਹਦੇ 'ਚ ਕਿਹਾ ਗਿਆ ਕਿ ਐਮਐਲਏਜ਼ ਨੂੰ ਵਿਰੋਧੀ ਪਾਰਟੀਆਂ ਦੇ ਐਮਐਲਏਜ਼ ਨੂੰ ਇੱਕ ਲਿਖਤੀ ਨੋਟਿਸ ਦੇਣਾ ਪਵੇਗਾ ਸਕੱਤਰ ਪੰਜਾਬ ਵਿਧਾਨ ਸਭਾ ਨੂੰ। ਸਕੱਤਰ ਪੰਜਾਬ ਵਿਧਾਨ ਸਭਾ ਸਪੀਕਰ ਸਾਹਿਬ ਦੇ ਮੂਹਰੇ ਪੁੱਟ ਅਪ ਕਰੇਗਾ। ਸਪੀਕਰ ਸਾਹਿਬ ਚੱਲਦੀ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ 1/5 ਮੈਂਬਰਸ ਤੋਂ ਤਸਦੀਕ ਕਰਨਗੇ ਕਿ ਕੀ ਤੁਸੀਂ ਵਾਕਈ ਬੇਭਰੋਸਗੀ ਮਤਾ ਲੈ ਕੇ ਆਉਣਾ ਚਾਹੁੰਦੇ ਹੋ। ਜੇ 117 ਮੈਂਬਰਸ ਨੂੰ ਉਹਨਾਂ ਚੋਂ 21-22 ਮੈਂਬਰਸ ਨੂੰ ਉਹਦੇ ਵਿੱਚ ਹਾਮੀ ਭਰਨੀ ਪਵੇਗੀ ਤੇ ਫਿਰ ਬੇਭਰੋਸਗੀ ਮਤਾ ਸਰਕਾਰ ਦੇ ਖਿਲਾਫ ਹੋਵੇਗਾ ਤੇ ਫਿਰ ਉਸ ਵਾਸਤੇ ਵੀ ਇੱਕ ਬਕਾਇਦਾ ਡੇਟ ਮਿਥੀ ਜਾਂਦੀ ਹੈ ਕਿ ਫਲਾਨੀ ਤਰੀਕ ਨੂੰ ਸਰਕਾਰ ਜਿਹੜੀ ਆ ਉਹ ਆਪਣਾ ਫਲੋਰ ਟੈਸਟ ਦੇਵੇਗੀ ਔਰ ਆਪਣਾ ਜਿਹੜਾ ਹੈਗਾ ਬਹੁਮਤ ਜਿਹੜਾ ਉਹ ਸਾਬਤ ਕਰੇਗੀ। ਅਗਰ ਆਪਾਂ ਲੋਕ ਸਭਾ ਦੀ ਗੱਲ ਕਰ ਲਈਏ ਤਾਂ ਮੇਰੇ ਕੋਲ ਲੋਕ ਸਭਾ ਦੇ ਜਿਹੜੇ ਬੜੇ ਮਾਹਰ ਰਹੇ ਨੇ ਸੁਭਾਸ਼ ਕਸ਼ਪ ਜਿਹੜੇ ਸਕੱਤਰ ਰਹੇ ਨੇ ਲੋਕ ਸਭਾ ਦੇ, ਉਹਨਾਂ ਨੇ ਬਕਾਇਦਾ ਤੌਰ ਤੇ ਕਿਤਾਬ ਲਿਖੀ ਹੈ ਲੋਕ ਸਭਾ ਦੇ ਕੰਡਕਟ ਦੇ ਮੁਤਲਕ। ਉਹਦੇ ਚੋਂ ਮੈਂ ਰਿਸਰਚ ਕਰਕੇ ਕੱਢਿਆ ਇਹਦੇ 'ਚ ਇੱਕ ਮੋਸ਼ਨ ਆਫ ਕੌਨਫੀਡੈਂਸ ਹੈ ਕਿਉਂਕਿ ਪੰਜਾਬ ਦੀ ਵਿਧਾਨ ਸਭਾ 'ਚ ਮੋਸ਼ਨ ਆਫ ਕੌਨਫੀਡੈਂਸ ਦਾ ਕੋਈ ਜ਼ਿਕਰ ਨਹੀਂਗਾ, ਨੋ ਕੌਨਫੀਡੈਂਸ ਦਾ ਜ਼ਿਕਰ ਹੈਗਾ ਵਾ। ਲੋਕ ਸਭਾ ਦੇ ਵਿੱਚ ਮੋਸ਼ਨ ਆਫ ਕੌਨਫੀਡੈਂਸ ਜਿਹੜਾ ਉਹਦਾ ਜ਼ਿਕਰ ਸੁਭਾਸ਼ ਕਸ਼ਪ ਦੀ ਕਿਤਾਬ 'ਚ ਆ। ਇਸ ਤਰ੍ਹਾਂ ਦੇ 3-4 ਮੋਸ਼ਨ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋਏ ਨੇ ਮੋਸ਼ਨ ਆਫ ਕੌਨਫੀਡੈਂਸ। ਇੱਕ ਮੋਸ਼ਨ ਜਿਹੜਾ ਸੀਗਾ ਉਹ 13 ਅਗਸਤ 1979 ਨੂੰ ਜਿਹੜੇ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਸੀ ਚਰਨ ਸਿੰਘ ਹੁਣੀ, ਉਹਨਾਂ ਨੇ ਨੋਟਿਸ ਦਿੱਤਾ ਕਿ ਅਸੀਂ ਆਪਣੇ ਕਾਉਂਸਲ ਆਫ ਮਿਨਿਸਟਰ ਦੇ ਵਿੱਚ ਭਰੋਸਾ ਜਿਹੜਾ ਹੈ ਉਹ ਲੋਕ ਸਭਾ ਜਿਹੜੀ ਹੈਗੀ ਆ ਉਹ ਪਾਸ ਕਰੇਗਾ। ਔਰ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਲੋਕ ਸਭਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੋਟਿਸ ਦਿੱਤਾ ਜਾਂਦਾ ਮੋਸ਼ਨ ਆਫ ਕੌਨਫੀਡੈਂਸ ਦਾ ਤਾਂ ਉਹਦਾ ਬਕਾਇਦਾ ਬੁਲੇਟਿਨ ਜਾਰੀ ਹੁੰਦਾ ਔਰ ਉਸ ਬੁਲੇਟਿਨ ਦੇ ਜਾਰੀ ਹੋਣ ਤੋਂ ਬਾਅਦ ਬਕਾਇਦਾ ਤੌਰ ਤੇ ਇੱਕ ਡੇਟ ਲਿਖੀ ਜਾਂਦੀ ਆ, ਫਿਰ ਉਹ ਮੋਸ਼ਨ ਆਫ ਕੌਨਫੀਡੈਂਸ ਜਿਹੜਾ ਪਾਸ ਕੀਤਾ ਜਾਂਦਾ। ਹਾਲਾਂਕਿ ਚਰਨ ਸਿੰਘ ਦੇ ਕੇਸ ਵਿੱਚ ਉਹਨਾਂ ਨੇ ਪਹਿਲਾਂ ਅਸਤੀਫਾ ਦਿੱਤਾ ਸੀਗਾ। ਫਿਰ 18 ਦਸੰਬਰ 1999 ਦੇ ਵਿੱਚ ਵੀਪੀ ਸਿੰਘ ਦੀ ਸਰਕਾਰ ਨੇ ਇਸ ਤਰ੍ਹਾਂ ਦਾ ਮੋਸ਼ਨ ਆਫ ਕੌਨਫੀਡੈਂਸ ਮੂਵ ਕੀਤਾ। ਫਿਰ 13 ਨਵੰਬਰ 1990 ਦੇ ਵਿੱਚ ਚੰਦਰ ਸ਼ੇਖਰ ਦੀ ਸਰਕਾਰ ਨੇ ਮੋਸ਼ਨ ਆਫ ਕੌਨਫੀਡੈਂਸ ਮੂਵ ਕੀਤਾ ਔਰ ਉਸ ਤੋਂ ਬਾਅਦ ਸ਼ਾਇਦ ਦੇਵ ਗੌਡਾ ਜੀ ਨੇ ਵੀ ਇੱਕ ਵਾਰ ਮੋਸ਼ਨ ਆਫ ਕੌਨਫੀਡੈਂਸ ਪਾਸ ਕੀਤਾ, ਲੋਕ ਸਭਾ ਦੇ ਵਿੱਚ ਪੇਸ਼ ਕੀਤਾ। ਲੇਕਿਨ ਉਹਦੀ ਪ੍ਰਕਿਰਿਆ ਵੀ ਇਹੀ ਹੈ ਕਿ ਤੁਸੀਂ ਬਕਾਇਦਾ ਤੌਰ ਤੇ ਪਹਿਲਾਂ ਨੋਟਿਸ ਦਿੰਦੇ ਹੋ, ਫਿਰ ਜਿਹੜਾ ਸਪੀਕਰ ਹੈ ਲੋਕ ਸਭਾ ਦਾ ਉਹ ਇੱਕ ਟਾਈਮ ਤੇ ਡੇਟ ਫਿਕਸ ਕਰਦਾ, ਫਿਰ ਉਸ ਤੇ ਬਕਾਇਦਾ ਤੌਰ ਤੇ ਡਿਸਕਸ਼ਨ ਹੁੰਦੀ ਆ, ਫਿਰ ਉਹ ਮੋਸ਼ਨ ਜਿਹੜਾ ਹੈ ਉਹ ਪਾਸ ਜਾਂ ਫੇਲ ਕੀਤਾ ਜਾਂਦਾ। ਇਹ ਲੋਕ ਸਭਾ ਦੀ ਪ੍ਰੋਸੀਡਿੰਗ ਸੀਗਾ। ਹੁਣ ਸਾਡੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੋਸ਼ਨ ਆਫ ਕੌਨਫੀਡੈਂਸ ਦੀ ਕੋਈ ਪ੍ਰੋਵੀਜ਼ਨ ਨਹੀਂ ਗੀ, ਲੇਕਿਨ ਇਹ ਕਹਿੰਦੇ ਕਿ ਅਸੀਂ ਆਪਣਾ ਮੋਸ਼ਨ ਆਫ ਕੌਨਫੀਡੈਂਸ ਹੀ ਹੋ ਗਿਆ ਨਾ ਕਿ ਅਸੀਂ ਆਪਣਾ ਬਹੁਮਤ ਸਾਬਤ ਕਰਨਾ। ਔਰ ਇਹਦੀ ਲੋੜ ਕਿੱਦਾਂ ਪੈ ਰਹੀ ਹੈ? ਬਿਲਕੁਲ ਬੇਤੁਕੀ ਬੇਲੋੜੀ ਗੱਲ, ਕਿਸੇ ਨੇ ਮੰਗੀ ਨਹੀਂ, ਕਿਸੇ ਨੇ ਕਿਹਾ ਨਹੀਂ ਤੇ ਇਹਨਾਂ ਨੇ ਜਿਹੜਾ ਟਾਈਮ ਫਿਕਸ ਕਰਤਾ। ਆਪਰੇਸ਼ਨ ਲੋਟਸ ਦਾ ਜ਼ਿਕਰ ਹੋਇਆ। ਦੇਖੋ ਸਤਿਕਾਰਯੋਗ ਵੀਰੋ ਤੇ ਭੈਣੋ, ਕਿੱਡੀ ਬੋਗਸ ਤੇ ਕਿੱਡੀ ਮਨਘੜਤ ਕਹਾਣੀ ਬਣਾਈ ਗਈ ਆ ਕਿ ਕੁਝ ਬੀਜੇਪੀ ਦੇ ਜਿਹੜੇ ਸੀਗੇ ਆਗੂ ਉਹ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੂੰ ਫੋਨ ਕਰ ਰਹੇ ਨੇ ਔਰ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਆਪਣੀ ਪਾਰਟੀ ਛੱਡ ਦਿਓ ਤੇ ਤੁਹਾਨੂੰ 25-25 ਕਰੋੜ ਰੁਪਇਆ ਦੇਵਾਂਗੇ। ਹੁਣ ਇਹਦਾ ਜਿਹੜਾ ਕਲੇਮ ਸੀਗਾ ਜਦੋਂ ਹਰਪਾਲ ਚੀਮਾ ਮੀਡੀਆ ਦੇ ਸਾਹਮਣੇ ਆਉਂਦੇ ਆ ਉਹ ਕਹਿੰਦੇ ਸਾਡੇ 35 ਐਮਐਲਏਜ਼ ਨੂੰ ਫੋਨ ਆਏ ਨੇ ਔਰ ਉਹ 25-25 ਕਰੋੜ ਰੁਪਏ ਬੀਜੇਪੀ ਸਾਡੀ ਪਾਰਟੀ ਨੂੰ ਤੋੜਨ ਦਾ ਉਪਰਾਲਾ ਕਰ ਰਹੀ। ਇਹੀ ਗੱਲ ਜਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਮੀਡੀਆ ਦੇ ਵਿੱਚ ਆਣ ਕੇ, ਉਹ ਕਹਿੰਦੇ ਸਾਡੇ 10 ਐਮਐਲਏਜ਼ ਨੂੰ ਬੀਜੇਪੀ ਅਪਰੋਚ ਕਰ ਰਹੀ ਹੈ। ਔਰ ਇਹੀ ਗੱਲ ਜਦੋਂ ਭਗਵੰਤ ਸਿੰਘ ਮਾਨ ਕਹਿੰਦੇ ਨੇ ਸਾਡੇ 5 ਤੋਂ 7 ਐਮਐਲਏਜ਼ ਨੂੰ ਬੀਜੇਪੀ 25-25 ਕਰੋੜ ਰੁਪਇਆ ਦੇ ਕੇ ਖਰੀਦਣਾ ਚਾਹੁੰਦੀ ਆ। ਇੱਕ ਪਾਸੇ ਕਹਿੰਦੇ ਕਿ 25 ਕਰੋੜ ਰੁਪਇਆ ਦੇ ਕੇ ਖਰੀਦਣਾ ਚਾਹੁੰਦੇ ਨੇ, ਨਾਲ ਹੀ ਕਹਿੰਦੇ ਕਿ ਸਾਡੇ ਐਮਐਲਏਜ਼ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਕੀ ਇਹ ਪੋਸੀਬਲ ਹੈ? ਕਿਸੇ ਨੂੰ ਆਪਾਂ ਧਮਕਾ ਕੇ ਤੇ ਨਾਲੇ ਕਹਿੰਦੇ 25 ਕਰੋੜ ਨਾਲੇ ਕਹਿੰਦੇ ਧਮਕਾ ਰਹੇ ਆ। ਔਰ ਬੀਜੇਪੀ, ਮੈਂ ਕੋਈ ਬੀਜੇਪੀ ਦਾ ਕੋਈ ਨਾ ਕੋਈ ਸਪੋਰਟਰ ਆ ਨਾ ਮੈਂ ਕੋਈ ਉਹਨਾਂ ਦੀ ਹਿਫਾਜ਼ਤ ਕਰ ਰਿਹਾ। ਉਹਨਾਂ ਨੇ ਬਹੁਤ ਸਾਰੀਆਂ ਸਰਕਾਰਾਂ ਦੇਸ਼ ਵਿੱਚ ਗਲਤ ਤੋੜੀਆਂ ਨੇ। ਹਾਲ ਹੀ ਵਿੱਚ ਉਹਨਾਂ ਨੇ ਮਹਾਰਾਸ਼ਟਰ ਦੀ ਸਰਕਾਰ ਤੋੜੀ, ਉਹਨਾਂ ਨੇ ਕਰਨਾਟਕਾ ਦੀ ਸਰਕਾਰ ਤੋੜੀ, ਉਹਨਾਂ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ਤੋੜਨ ਦੇ ਉਪਰਾਲੇ ਕੀਤੇ। ਸਾਨੂੰ ਪਤਾ ਉਹਨਾਂ ਦੇ ਕੰਡਕਟ ਦਾ। ਲੇਕਿਨ ਪੰਜਾਬ ਵਿੱਚ ਬੀਜੇਪੀ ਕੋਲ ਕੇਵਲ 2 ਮੈਂਬਰਸ ਨੇ। ਹੁਣ ਜਿਹੜੀ 2 ਮੈਂਬਰਾਂ ਵਾਲੀ ਪਾਰਟੀ ਆ ਉਹਨੂੰ ਪੰਜਾਬ ਵਿੱਚ ਬਹੁਮਤ ਸਾਬਤ ਕਰਨ ਵਾਸਤੇ, ਪਾਰਟੀ ਤੋੜਨ ਵਾਸਤੇ ਉਹਨਾਂ ਨੂੰ 56 ਬੰਦੇ ਹੋਰ ਚਾਹੀਦੇ ਨੇ। 56 ਡਸ ਇਟ ਮੇਕ ਐਨੀ ਸੈਂਸ? ਕੋਈ ਮਾੜਾ ਮੋਟਾ ਕਿਸੇ ਗੱਲ ਦਾ ਇੱਕ ਸਿੰਪਲ ਕਾਮਨ ਸੈਂਸ ਲੌਜਿਕ ਹੁੰਦਾ ਵਾ। ਮੈਂ ਨਹੀਂ ਮੰਨਣ ਨੂੰ ਤਿਆਰ ਕਿ 2 ਮੈਂਬਰਾਂ ਵਾਲੀ ਪਾਰਟੀ 56 ਬੰਦੇ ਪਹਿਲਾਂ ਤੋੜੇਗੀ 25-25 ਕਰੋੜ ਰੁਪਏ ਖਰਚ ਕੇ
ਤੇ ਫਿਰ ਆਪਣੀ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ। ਇਹ ਅਸਲ ਵਿੱਚ ਆਪਰੇਸ਼ਨ ਲੋਟਸ ਜਿਹੜਾ ਇਹ ਮਿਥ ਕ੍ਰੀਏਟ ਕੀਤੀ ਆਮ ਆਦਮੀ ਪਾਰਟੀ ਨੇ, ਕਿਉਂਕਿ ਜਿਹੜੀ ਇਹਨਾਂ ਨੇ FIR ਦਰਜ ਕਰਾਈ ਹੈ, ਇਹਨਾਂ ਦੇ DGP ਨੂੰ ਜਾ ਕੇ ਮਿਲੇ, ਔਰ ਜਿਹੜੀ ਅੱਜ FIR ਰਿਪੋਰਟ ਹੋਈ ਸਾਰੇ ਅਖਬਾਰਾਂ ਦੇ ਵਿੱਚ ਅੱਜ, ਉਹਦੇ ਵਿੱਚ ਕਿਸੇ BJP ਦੇ ਲੀਡਰ ਦਾ ਨਾਮ ਨਹੀਂ ਗਾ ਬਿਲਕੁਲ। ਅਕਸਰ ਕੋਈ ਤਾਂ ਨਾਮ ਦੱਸਦੇ ਹੋਣਗੇ ਕਿ ਫਲਾਨਾ ਆਦਮੀ ਮੈਂ ਬੋਲ ਰਿਹਾ ਤੁਹਾਨੂੰ 25 ਕਰੋੜ ਰੁਪਏ ਦੇਣਾ ਚਾਹੁੰਦੇ, ਔਰ 25 ਕਰੋੜ ਰੁਪਏ ਕੋਈ ਠੀਕਰੀਆਂ ਕਿ ਤੁਰੇ ਜਾਂਦੇ ਟੈਲੀਫੋਨਾਂ ਦੇ ਉੱਤੇ ਤੁਸੀਂ ਆਫਰ ਕਰ ਰਹੇ ਹੋ, ਔਰ ਉਸ FIR ਵਿੱਚ ਕਿਸੇ ਮੋਬਾਈਲ ਨੰਬਰ ਦਾ ਵੀ ਜ਼ਿਕਰ ਨਹੀਂਗਾ। ਅਕਸਰ ਕਿਸੇ ਨੰਬਰ ਤੋਂ ਤਾਂ ਆਉਂਦੀ ਹੋਊਗੀ, ਕਹਿੰਦੇ ਜੀ ਇੰਟਰਨੈਟ ਕਾਲਿੰਗ ਸੀਗੀ, ਤੇ ਇੰਟਰਨੈਟ ਕਾਲਿੰਗ ਦਾ ਬੋਗਸ ਨੰਬਰ ਆਉਂਦਾ ਹੋਊਗਾ। ਅਲਟੀਮੇਟਲੀ ਪੁਲਿਸ ਤੇ ਸਾਈਬਰ ਕ੍ਰਾਈਮ ਵਾਲੇ ਜਿਹੜੇ ਨੇ ਉਹ ਉਸ ਬੋਗਸ ਨੰਬਰ ਨੂੰ ਵੀ ਉਹਨੂੰ ਟ੍ਰੇਸ ਕੀਤਾ ਜਾ ਸਕਦਾ। ਨਾ ਨੰਬਰ ਦਾ ਜ਼ਿਕਰ, ਨਾ ਕਿਸੇ BJP ਦੇ ਲੀਡਰ ਦਾ ਨਾਮ ਦਾ ਜ਼ਿਕਰ, ਪਰ ਪਰਚਾ ਦਰਜ ਜਿਹੜਾ ਉਹ ਇਹਨਾਂ ਨੇ ਕਰਾਤਾ ਕਿ ਸਾਡੇ MLAs ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅਸਲ ਵਿੱਚ ਕਹਾਣੀ ਕੀ ਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ, ਔਰ ਨਿੱਤ ਦਿਨ ਇਹਨਾਂ ਦੇ ਸਕੈਂਡਲਸ ਨੇ। ਔਰ ਮੈਂ 35 ਕਰੋੜ ਦੀ ਗੱਲ ਪੁੱਛਣਾ ਚਾਹੁੰਦਾ, ਫੌਜਾ ਸਿੰਘ ਸਰਾਰੀ ਤੁਹਾਡਾ ਮਿਨਿਸਟਰ, ਉਹ ਤਾਂ ਥੋੜੇ ਜਿਹੇ ਹਜ਼ਾਰ ਤੇ ਕੁਝ ਲੱਖ ਰੁਪਏ ਦੀ ਇੱਕ ਵਿਉਂਤਬੰਦੀ ਕਰ ਰਿਹਾ, ਆਪਣੇ ਸਟਾਫ ਦੇ ਨਾਲ ਰਲ ਕੇ ਸਾਜ਼ਿਸ਼ ਕਰ ਰਿਹਾ ਵਾ ਕਿ ਆਪਾਂ ਕਿੱਦਾਂ ਬੰਦੇ ਵਪਾਰੀਆਂ ਨੂੰ ਪਹਿਲਾਂ ਫਸਾਉਣਾ ਵਾ ਤੇ ਫਿਰ ਉਹਨਾਂ ਦੇ ਕੋਲੋਂ ਪੈਸੇ ਉਗਰਾਉਣੇ ਕਿੱਦਾਂ ਵਾ। ਐਕਸਟੋਰਸ਼ਨ, ਨਾਟ ਕਰਪਸ਼ਨ, ਐਕਸਟੋਰਸ਼ਨ ਪਹਿਲੀ ਵਾਰ। ਔਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਇੱਕ ਮਿਨਿਸਟਰ ਨੂੰ ਕੱਢਿਆ ਜੀ, ਵਿਜੇ ਸਿੰਗਲਾ ਨੂੰ, ਕਿ ਇਹ ਕਰਪਸ਼ਨ ਦੇ ਚਾਰजेस ਅਸੀਂ ਇਹਨੂੰ ਆਪ ਕਰ, ਤੁਸੀਂ ਆਪ ਮੰਨਦੇ ਕਿ ਕਰਪਸ਼ਨ ਚੱਲ ਰਹੀ ਹੈਗੀ ਆ। ਤੁਹਾਡੇ MLAs ਦਾ ਕੰਡਕਟ ਜੇ ਆਪਾਂ ਪਿਛਲੇ 6 ਮਹੀਨਿਆਂ 'ਚ ਦੇਖੀਏ ਤੇ ਕੀ 35 ਕਰੋੜ ਦਾ ਕੰਡਕਟ ਤੁਹਾਨੂੰ ਨਜ਼ਰ ਆ ਰਿਹਾ ਵਾ। ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂਗਾ, ਲੇਕਿਨ ਇਹ ਸਾਰੇ MLAs ਸਾਰੀਆਂ ਦੂਸਰੀਆਂ ਪਾਰਟੀਆਂ ਜਿਨ੍ਹਾਂ ਨੂੰ ਰੋਜ਼ ਗਾਲਾਂ ਕੱਢਦੇ ਕਾਂਗਰਸ ਤੇ ਅਕਾਲੀ, 60% ਮਾਲ ਕੂੜੇ ਦਾ ਮਾਲ ਉਹਨਾਂ ਪਾਰਟੀਆਂ ਦਾ ਇਕੱਠਾ ਕੀਤਾ ਵਾ। ਇਹ ਕੁਝ MLAs ਇਹਨਾਂ ਚੋਂ ਕਾਉਂਸਲਰ ਸਰਪੰਚ ਬਣਨ ਦੇ ਯੋਗ ਨਹੀਂ ਸੀਗੇ, ਲੇਕਿਨ ਇੱਕ ਬਦਲਾਅ ਦੀ ਗੱਲ ਵਿੱਚ ਆਣ ਕੇ ਲੋਕਾਂ ਨੇ ਵੋਟਾਂ ਪਾਤੀਆਂ, ਔਰ ਸੰਗਰੂਰ ਦੇ ਨਤੀਜੇ ਨੇ ਸਾਬਤ ਕੀਤਾ ਕਿ 3 ਮਹੀਨਿਆਂ 'ਚ ਤੁਹਾਡਾ ਜਿਹੜਾ ਸੀਗਾ ਉਹਨਾਂ ਨੇ ਉਲਟ ਫੇਰ ਕਰ ਦਿੱਤਾ, ਤੁਹਾਨੂੰ ਰਿਜੈਕਟ ਕਰ ਦਿੱਤਾ। ਅਸਲ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਤੁਹਾਨੂੰ ਉਹ ਤੁਹਾਡੇ ਵਿਰੁੱਧ ਸੰਗਰੂਰ ਦੀ ਜ਼ਿਮਨੀ ਚੋਣ 'ਚ ਨੋ ਕੌਨਫੀਡੈਂਸ ਮੋਸ਼ਨ ਪਾਸ ਕਰ ਚੁੱਕੇ ਨੇ। ਤੇ ਆਹ ਜਿਹੜਾ ਹੁਣ ਤੁਸੀਂ ਪਰਸੋਂ ਨੂੰ ਡਰਾਮਾ ਰਚਣਾ ਉੱਥੇ ਪੰਜਾਬ ਦੀ ਵਿਧਾਨ ਸਭਾ 'ਚ, ਇਹਦਾ ਮੇਰੇ ਵੀਰੋ ਭੈਣੋ ਘੱਟੋ ਘੱਟ 75 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਦਾ ਖਰਚਾ ਹੋਣਾ ਇੱਕ ਦਿਨ ਦਾ, ਜਿਸ ਦੀ ਕੋਈ ਲੋੜ ਹੀ ਨਹੀਂ, ਜਿਸ ਕਿਸੇ ਨੇ ਕਿਹਾ ਹੀ ਨਹੀਂਗਾ। 92 MLAs ਦੀ ਸਰਕਾਰ ਚੱਲ ਰਹੀ ਆ, ਤੁਹਾਨੂੰ ਲੱਗਦਾ ਵਾ ਕਿ 92 ਦੀ ਸਰਕਾਰ ਵਿੱਚ ਕੋਈ ਬੇਭਰੋਸਗੀ ਜਤਾ ਸਕਦਾ ਸੀਗਾ ਜੇ ਆਪਾਂ ਨੰਬਰਸ ਦੀ ਗੱਲ ਕਰੀਏ ਤਾਂ? ਹਾਂ, ਅਗਰ ਇਹਨਾਂ ਦੀ ਸਰਕਾਰ 59 ਮੈਂਬਰਸ ਨਾ ਜਾਂ 60 ਮੈਂਬਰਸ ਨਾ ਹੁੰਦੀ ਤੇ ਕੋਈ ਪਾਰਟੀ 2 3 4 5 MLAs ਤੋੜਨ ਦੀ ਕੋਸ਼ਿਸ਼ ਕਰਦੀ, ਫਿਰ ਤਾਂ ਸਾਡੀ ਸਮਝ ਆਉਂਦੀ ਸੀ ਕਿ ਇਹਨਾਂ ਦੀ ਕੋਈ ਤੁਕ ਬਣਦੀ ਹੈ ਇਸ ਸੈਸ਼ਨ ਦੀ। ਬਿਲਕੁਲ ਬੇਤੁਕਾ, ਬੇਲੋੜਾ, ਵਾਧੂ ਦਾ ਖਰਚਾ, ਔਰ ਇੱਕ ਡਰਾਮਾ ਜਿਹਾ ਰਚਿਆ ਜਾ ਰਿਹਾ ਸਾਰੇ ਦੇਸ਼ ਦੇ ਵਿੱਚ। ਕਦੀ ਦਿੱਲੀ ਵਿੱਚ ਪਹਿਲਾਂ ਮਤਾ ਪਾਸ ਕੀਤਾ ਗਿਆ ਕਿ ਸਾਡਾ ਭਰੋਸਾ ਸਾਡੇ MLAs ਜਿਤਾਉਂਦੇ ਨੇ, ਸਾਡੇ MLA ਬੜੇ ਲੋਹੇ ਵਰਗੇ ਨੇ। ਜੇ ਲੋਹੇ ਵਰਗੇ ਨੇ ਤੇ ਫਿਰ ਤੁਹਾਨੂੰ ਪੰਜਾਬ ਦੀ ਵਿਧਾਨ ਸਭਾ 'ਚ ਦਿਖਾਵਾ ਕਾਹਦੇ ਲਈ ਕਰਨਾ ਪੈਂਦਾ? ਜੇ ਤੁਸੀਂ ਕਹਿੰਦੇ ਕਿ ਸਾਡੇ MLAs ਨੂੰ ਕੋਈ ਖਰੀਦ ਹੀ ਨਹੀਂ ਸਕਦਾ, ਕੇਜਰੀਵਾਲ ਸਾਹਿਬ ਕਹਿੰਦੇ ਹਮਾਰੇ MLAs को कोई खरीद ही नहीं सकता, ਤੇ ਫਿਰ ਇਸ ਜਿਹੜਾ ਪਰਸੋਂ ਨੂੰ ਤੁਸੀਂ ਇੱਕ ਡਰਾਮਾ ਰਚਨਾ ਪੰਜਾਬ ਦੀ ਵਿਧਾਨ ਸਭਾ 'ਚ, ਇਹਦੀ ਲੋੜ ਕੀ ਸੀਗੀ? ਅਸਲ ਕਹਾਣੀ ਇਹ ਆ ਕਿ ਹਰ ਫਰੰਟ ਤੇ ਫੇਲ ਨੇ। EMPLOYEES ਰੋਜ਼ ਧਰਨੇ ਮਾਰ ਰਹੇ ਨੇ, ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਲੰਪੀ ਸਕਿਨ ਡਿਜ਼ੀਜ਼ ਅੱਜ ਵੀ ਤੁਸੀਂ ਪੜੋਗੇ ਤੇ ਸ਼ਾਇਦ ਹਜ਼ਾਰਾਂ ਦੀ ਤਾਦਾਦ ਵਿੱਚ ਸਾਡੇ ਪਸ਼ੂ ਬਿਮਾਰ ਹੋਏ ਨੇ, ਉਹਦੇ ਵਾਸਤੇ ਕੁਝ ਕਰ ਨਹੀਂ ਸਕੇ। ਇਹਨਾਂ ਦਾ ਐਜੂਕੇਸ਼ਨ ਮਾਡਲ ਦਿੱਲੀ ਦਾ ਸੋ ਕਾਲਡ ਉਹ ਬਿਲਕੁਲ ਢਹਿ ਢੇਰੀ ਹੋ ਗਿਆ। ਇਹਨਾਂ ਦਾ ਸੋ ਕਾਲਡ ਹੈਲਥ ਮਾਡਲ ਢਹਿ ਢੇਰੀ ਹੋ ਗਿਆ। ਕੱਲ ਪਰਸੋਂ NDTV ਦੇ ਇੱਕ ਅਰਵਿੰਦ ਕੇਜਰੀਵਾਲ ਪ੍ਰੋਗਰਾਮ ਤੇ ਗਏ ਸੀਗੇ। ਉਸ ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਨੌਜਵਾਨ ਜਿੰਨੇ ਸੀ ਹਾਲ ਵਿੱਚ, ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਦਿੱਲੀ ਦੇ ਕਾਲਜਸ ਜਿਹੜੇ ਨੇ ਉਹ ਤੁਹਾਡੇ ਸਾਡੀਆਂ ਕਲਾਸਿਸ ਪਿਛਲੇ 2 ਮਹੀਨਿਆਂ ਤੋਂ ਬੰਦ ਨੇ। ਤੁਸੀਂ ਪ੍ਰੋਫੈਸਰਸ ਨੂੰ ਤੇ ਲੈਕਚਰਰਸ ਨੂੰ ਤੁਸੀਂ ਸੈਲਰੀਜ਼ ਨਹੀਂ ਦੇ ਸਕੇ, ਉਹ 2 ਮਹੀਨਿਆਂ ਤੋਂ ਸਟ੍ਰਾਈਕ ਤੇ ਬੈਠੇ ਨੇ। ਤੁਰੰਤ ਜਿਹੜਾ ਐਂਕਰ ਸੀਗਾ TV ਦਾ ਉਸਨੇ ਬੰਦ ਕਰ ਦਿੱਤਾ। ਸੋ ਹਰ ਪਾਸੋਂ ਫੇਲ ਹੋਣ ਤੋਂ ਬਾਅਦ ਜਦੋਂ ਕੁਝ ਨਹੀਂ ਹੋਰ ਦਿਸਦਾ, ਇਸ ਤਰ੍ਹਾਂ ਦੀਆਂ ਕੋਈ ਨਾ ਕੋਈ ਨੋਟੰਕੀ ਇਹ ਜ਼ਰੂਰ ਕ੍ਰੀਏਟ ਕਰਨ ਦੇ ਵਿੱਚ ਮਾਹਰ ਨੇ। ਔਰ ਮੈਨੂੰ ਲੱਗਦਾ ਕਿ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਇਹ ਸਾਰਾ ਡਰਾਮਾ ਜਿਹੜਾ ਕੀਤਾ ਜਾ ਰਿਹਾ, ਉਹ ਸਾਡੇ ਪੈਸੇ ਨੇ, ਸਾਡੇ ਇਸ਼ਤਿਹਾਰ ਵੱਡੇ ਸਫ਼ਿਆਂ ਦੇ ਉੱਤੇ ਜਾ ਕੇ ਦੇ ਕੇ, ਔਰ ਸਾਰਾ ਕੁਝ ਪਬਲਿਸਿਟੀ ਤੇ। ਕੋਈ ਛੋਟੀ ਜੀ ਚੀਜ਼ ਵੀ ਕਰਦੇ ਨੇ, ਕਹਿੰਦੇ ਜੀ ਪੇਪਰਲੈਸ ਬਜਟ ਲੈ ਕੇ ਆਏ ਸੀ ਪੰਜਾਬ ਦੀ ਵਿਧਾਨ ਸਭਾ 'ਚ। ਆਖੇ ਕਿੰਨੇ ਪੈਸੇ ਬਚੇ? ਉਹਦੇ ਨਾਲ 21 ਲੱਖ ਰੁਪਇਆ ਬਚਾ। ਅਗਲੇ ਦਿਨ ਸਵੇਰੇ ਪਤਾ ਲੱਗਿਆ ਕਿ 42 ਲੱਖ ਰੁਪਏ ਦੇ ਤਾਂ ਇਸ਼ਤਿਹਾਰ ਦੇ ਦਿੱਤੇ ਆ, ਸਿਰਫ ਇਹ ਦੱਸਣ ਵਾਸਤੇ ਕਿ ਪੇਪਰਲੈਸ ਬਜਟ ਸੀਗਾ। ਇਹਨੂੰ ਕੌਣ ਸਿਆਣਪ ਕਵੇਗਾ? ਔਰ ਇੱਕ ਗੱਲ ਮੈਂ ਅੱਜ ਇਹਦੇ ਨਾਲ ਹੋਰ ਐਡ ਕਰਨਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਨੇ ਕੱਲ ਪਰਸੋਂ ਉੱਥੇ ਨੈਸ਼ਨਲ ਜਿਹੜੀ ਕਨਵੈਨਸ਼ਨ ਹੋਈ ਇਹਨਾਂ ਦੇ ਮੈਂਬਰਸ ਦੀ, ਉੱਥੇ ਇਹ ਗੱਲ ਕਹੀ ਕਿ ਨੈਸ਼ਨਲ ਮੀਡੀਆ ਨੂੰ ਪ੍ਰਾਈਮ ਮਿਨਿਸਟਰ ਆਫਿਸ ਦਾ ਜਿਹੜਾ ਮੀਡੀਆ ਐਡਵਾਈਜ਼ਰ ਆ ਹਿਰੇਨ ਜੋਸ਼ੀ,
ਉਸਨੇ ਸਾਰੇ ਟੀਵੀ ਚੈਨਲਾਂ ਨੂੰ ਕਾਲਾਂ ਕਰਕੇ ਉਹਨਾਂ ਨੂੰ ਮੈਸੇਜ ਲਾਏ ਹੋਏ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਬਲੈਕਆਊਟ ਕਰ ਦਿਓ ਨੈਸ਼ਨਲ ਮੀਡੀਆ ਦੇ ਉੱਤੇ। ਹੋ ਸਕਦਾ ਇਹ ਗੱਲ ਸੱਚ ਹੋਵੇ ਕਿਉਂਕਿ ਗੋਦੀ ਮੀਡੀਆ ਜਿਹੜਾ ਆਪਾਂ ਕਹਿੰਦੇ ਕਿ ਉਹ ਮੋਦੀ ਦਾ ਕੰਟਰੋਲਡ ਹੈ, ਲੇਕਿਨ ਕੀ ਅਰਵਿੰਦ ਕੇਜਰੀਵਾਲ ਇੱਥੇ ਪੰਜਾਬ 'ਚ ਕੰਟਰੋਲ ਨਹੀਂ ਕਰ ਰਹੇ ਸਾਰੇ ਮੀਡੀਆ ਨੂੰ? ਸਾਰਿਆਂ ਅਖਬਾਰਾਂ ਨੂੰ, ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੂੰ ਹਦਾਇਤਾਂ ਨੇ ਕਿ ਆਪੋਜੀਸ਼ਨ ਨੂੰ ਬਲੈਕਆਊਟ ਕਰ ਦਿਓ। ਉਹਦੇ ਵਾਸਤੇ ਉਹਨਾਂ ਦੀ ਦੋਹਰੀ ਨੀਤੀ ਆ, ਉਹ ਕੈਰਟ ਐਂਡ ਸਟਿਕ ਪਾਲਿਸੀ ਕਹਿੰਦੇ ਨੇ। ਇੱਕ ਪਾਸੇ ਲਾਲਚ ਦਿੰਦੇ ਨੇ ਵੱਡੇ ਵੱਡੇ ਇਸ਼ਤਿਹਾਰਾਂ ਦੇ, ਕਰੋੜਾਂ ਰੁਪਏ ਅਖਬਾਰਾਂ ਨੂੰ ਦੇ ਰਹੇ ਨੇ, ਕਰੋੜਾਂ ਰੁਪਏ ਇਲੈਕਟ੍ਰੋਨਿਕ ਟੀਵੀ ਚੈਨਲਸ ਨੂੰ ਦੇ ਰਹੇ ਨੇ। ਜਿਹੜੇ ਤਾਂ ਲਾਲਚ ਵਿੱਚ ਆ ਜਾਂਦੇ ਨੇ ਉਹ ਤਾਂ ਉਹਨਾਂ ਦਾ ਪ੍ਰਚਾਰ ਉਦਾਂ ਹੀ ਕਰੀ ਜਾਂਦੇ ਨੇ, ਬਗੈਰ ਕਹਿਣ ਦੇ ਉੱਤੋਂ ਹੀ ਉਹਨਾਂ ਦੀ ਬੱਲੇ ਬੱਲੇ ਕਰਾਈ ਜਾ ਰਹੇ ਨੇ। ਤੇ ਜਿਹੜੇ ਚੈਨਲ ਉਹਨਾਂ ਦੇ ਆਖੇ ਨਹੀਂ ਲੱਗਦੇ ਫਿਰ ਉਹਨਾਂ ਨੂੰ ਧਮਕਾਉਂਦੇ ਨੇ। ਅਰਵਿੰਦ ਕੇਜਰੀਵਾਲ ਨੇ ਉੱਥੇ ਕਿਹਾ ਵਾ ਕਿ ਮੈਂ ਹਿਰੇਨ ਜੋਸ਼ੀ ਦਾ ਨਾਮ ਲੈ ਰਹਾ ਹੂੰ, ਤੇ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਨੂੰ ਮੈਂ ਦੱਸਣਾ ਚਾਹੁੰਦਾ ਦੀਪਕ ਬਾਲੀ, ਇੱਕ ਲੜਕੀ ਰੱਖੀ ਹੋਈ ਨੇ ਦਿਵਿਆ, ਇੱਕ ਨੌਜਵਾਨ ਕੋ ਹੋਰ ਰੱਖਿਆ ਹੋਇਆ ਆਦਿਲ। ਇਹ ਤਿੰਨੇ ਚਾਰੇ ਮੈਂਬਰਸ ਔਰ ਨਾਲ ਆਫਸਰਸ ਜਿਹੜੇ ਡਾਇਰੈਕਟਰ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਦੇ ਸਰਕਾਰੀ ਅਫਸਰ ਨੇ, ਉਹ ਜਿਹੜੇ ਚੈਨਲ ਤੇ ਜਿਹੜੀਆਂ ਅਖਬਾਰਾਂ ਉਹਨਾਂ ਦੇ ਆਖੇ ਨਹੀਂ ਲੱਗਦੀਆਂ ਉਹਨਾਂ ਨੂੰ ਕਾਲਾਂ, ਉਹਨਾਂ ਦੇ ਵਿੱਚ WhatsApp ਮੈਸੇਜ, ਇਹ ਕਹਿੰਦੇ ਨੇ ਕਿ ਦਿੱਲੀ ਹਿਰੇਨ ਜੋਸ਼ੀ ਦੇ ਬੜੇ ਮੈਸੇजेस ਪਏ ਨੇ ਮੀਡੀਆ ਦੇ ਕੋਲ, ਤੁਹਾਡੇ ਵੀ ਮੈਸੇजेस। ਮੈਨੂੰ ਬਹੁਤ ਸਾਰੇ ਮੀਡੀਆ ਨੇ ਕਨਫੈਸ ਕੀਤਾ ਕਿ ਸਾਡੇ ਕੋਲ ਬੜੇ ਥ੍ਰੈਟਨਿੰਗ WhatsApp ਮੈਸੇजेस ਸਾਨੂੰ ਪਾਏ ਹੋਏ ਨੇ ਇਹਨਾਂ ਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਮੀਡੀਆ ਟੀਮਸ ਬਣੀਆਂ ਨੇ ਪੰਜਾਬ ਦੇ ਵਿੱਚ। ਇਸ ਕਰਕੇ ਡਬਲ ਫੇਸਟਡ ਲੋਕ ਨੇ, ਦੋਗਲੀ ਗੱਲ ਕਰਦੇ ਨੇ। ਉੱਥੇ ਇਲਜ਼ਾਮ ਮੋਦੀ ਤੇ ਲਾਉਂਦੇ ਕਿ ਮੀਡੀਆ ਕੰਟਰੋਲ ਕਰ ਰਹੇ ਨੇ, ਉਧਰੋਂ ਕਈ ਗੁਣਾ ਵੱਧ ਪੰਜਾਬ ਦਾ ਮੀਡੀਆ ਇਹਨਾਂ ਨੇ ਕੰਟਰੋਲ ਕੀਤਾ। ਤਾਈਓ ਇਹਨਾਂ ਨੂੰ ਸੈਂਕੜੇ ਕਰੋੜ ਰੁਪਏ ਇਸ਼ਤਿਹਾਰਾਂ ਦੇ ਦੇਣ ਵਾਸਤੇ ਚਾਹੀਦੇ ਤਾਂ ਕਿ ਸਾਰਾ ਮੀਡੀਆ ਜਿਹੜਾ ਹੈ, ਅੱਜ ਸਾਡੇ ਪੰਜਾਬ ਦਾ ਮੀਡੀਆ ਜਾਂ ਤਾਂ ਸੋਸ਼ਲ ਮੀਡੀਆ ਬਚਿਆ ਹੋਇਆ ਜਾਂ ਕੁਝ ਜਿਹੜੇ ਆਰਗੈਨਿਕ ਚੈਨਲਸ ਨੇ, ਜਿਨ੍ਹਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਜਾ ਕੇ ਮਿਹਨਤ ਕੀਤੀ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂਗਾ, ਜਿਨ੍ਹਾਂ ਨੂੰ ਕੋਈ ਦਬਾ ਨਹੀਂ ਸਕਦੇ, ਉਹ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਨੇ। ਵਰਨਾ ਜੇ ਤੁਸੀਂ ਰੂਟੀਨ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਪੜੋਗੇ ਪੰਜਾਬ ਦਾ, ਉਹਦੇ ਚੋਂ ਸਾਰੀ ਆਪੋਜੀਸ਼ਨ ਜਿਹੜੀ ਹੈ ਉਹ ਬਲੈਕਡ ਆਊਟ ਆ। ਥੋੜਾ ਬਹੁਤਾ ਆਫ ਕੋਰਸ ਲੀਡਰ ਆਫ ਆਪੋਜੀਸ਼ਨ ਦਾ ਜਾਂ PCC ਪ੍ਰੈਜ਼ੀਡੈਂਟ ਦਾ ਦੇ ਦਿੰਦੇ ਨੇ, ਮਾੜੀ ਮੋਟੀ ਖਬਰ ਸੁਖਬੀਰ ਬਾਦਲ ਦੇ ਦਿੰਦੇ ਨੇ, ਲੇਕਿਨ ਹੋਰ ਕਿਸੇ ਆਗੂ ਦੀ ਮੈਂ ਬਹੁਤ ਸਾਰੀਆਂ ਸਟੇਟਮੈਂਟਸ ਮੀਨਿੰਗਫੁਲ ਮੂੰਗੀ ਦੇ ਉੱਤੇ ਪੂਰਾ ਡਾਟਾ ਸਪਲਾਈ ਕੀਤਾ, ਇੱਕ ਲਫ਼ਜ਼ ਵੀ ਨਹੀਂ ਛਾਪਦੇ। ਪਰ ਸਾਨੂੰ ਇਸ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਗੀ, ਕਿਉਂਕਿ ਸੋਸ਼ਲ ਮੀਡੀਆ ਰਾਹੀਂ, ਇੰਟਰਨੈਟ ਰਾਹੀਂ, ਫੇਸਬੁੱਕ ਰਾਹੀਂ, ਟਵਿੱਟਰ ਰਾਹੀਂ, ਇੰਸਟਾਗ੍ਰਾਮ ਰਾਹੀਂ ਜਿਹੜੀ ਗੱਲ ਕੋਈ ਅਸੀਂ ਕਹਿਣੀ ਹੁੰਦੀ ਉਹ ਸਾਰੀ ਦੁਨੀਆ ਤੱਕ ਪਹੁੰਚ ਜਾਂਦੀ। ਲੇਕਿਨ ਕਮਿੰਗ ਬੈਕ ਟੂ ਦ ਟੌਪਿਕ ਕਿ ਪਰਸੋਂ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਨੇ ਬਿਲਕੁਲ ਫਜ਼ੂਲ, ਬੋਗਸ, ਮਨਘੜਤ, ਝੂਠਾ, ਫਰਾਡ, ਡਰਾਮਾ, ਲੋਕਾਂ ਦਾ ਧਿਆਨ ਭਟਕਾਉਣ ਵਾਸਤੇ, ਆਪਣੇ ਕਮਜ਼ੋਰੀਆਂ ਤੋਂ ਤੇ ਹੋਰ ਪਾਸੇ ਧਿਆਨ ਲਾਉਣ ਵਾਸਤੇ ਕਿ ਸਾਡੀਆਂ ਸਰਕਾਰਾਂ ਤੋੜਨ ਜਾ ਰਹੀ ਬੀਜੇਪੀ, ਇਹ ਸਾਰਾ ਜਿਹੜਾ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ। ਹਲੇ ਵੀ ਸਮਾਂ ਵਾ ਸਪੀਕਰ ਸਾਹਿਬ, ਤੁਸੀਂ ਉਹੀ ਸਪੀਕਰ ਹੋ ਜਿਹੜੇ ਆਪੋਜੀਸ਼ਨ ਵਿੱਚ ਕਹਿੰਦੇ ਸੀਗੇ ਕਿ ਸਪੀਕਰ ਦੇ ਦਫ਼ਤਰ ਦਾ ਦੁਰਉਪਯੋਗ ਕਰ ਰਹੀ ਆ ਸੱਤਾਧਾਰੀ ਪਾਰਟੀ। ਹੁਣ ਤੁਹਾਡਾ ਆਫਿਸ ਦਾ ਦੁਰਉਪਯੋਗ ਹੋ ਰਿਹਾ ਵਾ, ਤੁਹਾਨੂੰ ਇਹ ਸੈਸ਼ਨ ਰੱਦ ਕਰਨਾ ਚਾਹੀਦਾ। ਅਗਰ ਸੈਸ਼ਨ ਬੁਲਾਉਣਾ ਹੀ ਆ ਤੇ SYL ਦੇ ਮੁੱਦੇ ਤੇ ਬੁਲਾਓ, ਅਗਰ ਸੈਸ਼ਨ ਬੁਲਾਉਣਾ ਹੀ ਆ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮੁੱਦਾ ਲਟਕ ਰਿਹਾ ਉਹਦੇ ਤੇ ਬੁਲਾਓ, ਅਗਰ ਸੈਸ਼ਨ ਬੁਲਾਉਣਾ ਹੀ ਆ ਤੇ ਫਿਰ ਤੁਸੀਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਬੁਲਾਓ, ਜਿਹੜੇ ਸਾਡੇ ਬੱਚੇ ਮਰ ਰਹੇ ਨੇ, ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਲਮਜ਼ੀ ਸਕਿਨ ਡਿਜ਼ੀਜ਼ ਪਸ਼ੂਆਂ ਨੂੰ ਮਾਰ ਰਿਹਾ। ਅਗਰ ਸੈਸ਼ਨ ਬੁਲਾਉਣਾ, ਸਾਡਾ ਪੈਸਾ ਖਰਚ ਕਰਨਾ, ਇਹਨਾਂ ਗੱਲਾਂ ਕਰਕੇ ਖਰਚ ਕਰੋ। ਇਹ ਬੋਗਸ ਆਪਰੇਸ਼ਨ ਲੋਟਸ ਐਵੇਂ ਕੋਲੋਂ ਗੱਲ ਬਣਾ ਕੇ ਤੇ ਆਪਣੇ MLA ਨੂੰ ਐ ਸਾਬਤ ਕਰ ਰਹੇ ਜਿੱਦਾਂ ਬੜੇ ਦੁੱਧ ਦੇ ਧੋਤੇ ਨੇ। ਇਸ ਕਰਕੇ ਇਹ ਸਾਰੀ ਗੱਲ ਨੂੰ ਰੱਦ ਕੀਤਾ ਜਾਵੇ। ਇਹ ਮੇਰਾ ਅੱਜ ਤੁਹਾਡੇ ਨਾਲ ਵਿਸ਼ਾ ਸੀਗਾ ਤੇ ਬੌਕਰ ਵਾਲਿਆਂ ਨੂੰ ਕਹਿਣਾ ਕਿ ਸਾਡੀ ਵੀਡੀਓ ਤੋਂ ਪਲੀਜ਼ ਦੂਰ ਰਹਿਣਾ। ਧੰਨਵਾਦ। ਸੁਖਪਾਲ ਸਿੰਘ ਖਹਿਰਾ।